ਸ਼੍ਰੀ ਅਕਾਲ ਜੀ। ਮੈਂ ਕੁਲਵਿੰਦਰ ਸਿੰਘ ਛਲੇੜੀ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਲੁੱਕ ਮਾਸਾ। ਇਸ ਪ੍ਰੋਗਰਾਮ ਦੇ ਵਿੱਚ ਜਿਸ ਖਬਰ ਦੇ ਉੱਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ, ਪਹਿਲਾਂ ਤੁਹਾਨੂੰ ਉਹ ਦੱਸ ਦਿੰਦੇ ਹਾਂ ਕਿ ਵੱਡੀ ਖਬਰ ਹੈ ਕਿ ਬਹਿਬਲ ਕਲਾਂ ਦੇ ਵਿੱਚ ਚੱਲ ਰਿਹਾ ਬੇਅਦਬੀ ਇਨਸਾਫ ਮੋਰਚਾ ਖਤਮ ਹੋਣ ਜਾ ਰਿਹਾ ਹੈ। ਜੀ ਹਾਂ, 4 ਤਰੀਕ ਨੂੰ 4 ਮਾਰਚ ਨੂੰ ਜਿਹੜਾ ਹੈ ਸ਼ੁਕਰਾਨਾ ਸਮਾਗਮ ਰੱਖਿਆ ਗਿਆ ਹੈ ਤੇ ਉਸ ਤੋਂ ਬਾਅਦ ਜਿਹੜਾ ਅਗਲੇ ਦਿਨ 5 ਮਾਰਚ ਨੂੰ ਜਿਹੜਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਗੱਲ ਜਿਹੜੀ ਆ ਮੋਰਚੇ ਦੇ ਆਗੂਆਂ ਦੇ ਵੱਲੋਂ ਆਖੀ ਜਾ ਰਹੀ ਹੈ। ਸਾਰੀ ਖਬਰ ਦੇ ਵੱਖ-ਵੱਖ ਪਹਿਲੂਆਂ ਦੇ ਉੱਤੇ ਚਰਚਾ ਕਰਾਂਗੇ। ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ। ਸੁਖਵਿੰਦਰ ਜੀ, ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਗੁਰਵਿੰਦਰ। ਸੁਖਵਿੰਦਰ ਜੀ, ਪਹਿਲਾਂ ਤਾਂ ਜਿਹੜੀ ਖਬਰ ਜਿਹੜੀ ਆ ਬਹੁਤ ਵੱਡੀ ਹੈ ਕਿ ਬਹਿਬਲ ਕਲਾਂ ਦੇ ਵਿੱਚ ਜਿਹੜਾ 15 ਮਹੀਨੇ ਤੋਂ ਜਿਹੜਾ ਮੋਰਚਾ ਚੱਲ ਰਿਹਾ ਸੀ ਉਸ ਨੂੰ ਇੱਕ ਤਰ੍ਹਾਂ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ 4 ਮਾਰਚ ਨੂੰ ਜਿਹੜਾ ਉਹ ਸ਼ੁਕਰਾਨਾ ਸਮਾਗਮ ਰੱਖਿਆ ਜਾਵੇਗਾ, ਜਿਸ ਦਾ ਸਿੱਧਾ ਅਰਥ ਹੈਗਾ ਕਿ ਬੇਅਦਬੀ ਇਨਸਾਫ ਮੋਰਚਾ ਜਿਹੜਾ ਬਹਿਬਲ ਕਲਾਂ ਦੇ ਵਿੱਚ ਚੱਲ ਰਿਹਾ ਸੀ ਉਹ ਖਤਮ ਹੋਣ ਜਾ ਰਿਹਾ ਹੈ। ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਸ ਖਬਰ ਨੂੰ? ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗਾ ਆਪਣੇ ਦਰਸ਼ਕਾਂ ਨੂੰ ਕਿ ਇਹ ਜਿਹੜਾ ਮੋਰਚਾ ਲੱਗਿਆ ਸੀ, ਇਹ ਮੋਰਚਾ ਲੱਗਿਆ ਸੀਗਾ ਬੇਅਦਬੀ ਮਾਮਲਿਆਂ ਦੇ ਇਨਸਾਫ ਨੂੰ ਲੈ ਕੇ ਜੀ, ਕੋਟਕਪੂਰਾ ਗੋਲੀकांड ਦੇ ਇਨਸਾਫ ਨੂੰ ਲੈ ਕੇ ਜਿਹੜੀ ਇਹ ਚਾਰਜ ਸ਼ੀਟ ਦਾਖਲ ਹੋਈ ਹੈ, ਜਿਹਦੇ ਵਿੱਚ ਬਾਦਲ ਪਰਿਵਾਰ ਦੇ ਸਮੇਤ ਕੁਝ ਅਫਸਰ ਜਿਹੜੇ ਆ ਉਹ ਸ਼ਾਮਿਲ ਕੀਤੇ ਗਏ ਆ, ਉਹ ਰਿਪੋਰਟ ਨੂੰ ਲੈ ਕੇ, ਯਾਨੀ ਕਿ ਕੋਟਕਪੂਰਾ ਗੋਲੀकांड ਨੂੰ ਲੈ ਕੇ, ਜਿੱਥੇ ਕੁਝ ਵਿਅਕਤੀ ਜਿਹੜੇ ਜ਼ਖਮੀ ਹੋ ਗਏ ਸੀਗੇ। ਤੇ ਤੀਜਾ ਜਿਹੜਾ ਮਾਮਲਾ ਸੀ ਬਹਿਬਲ ਕਲਾਂ, ਜਿਹੜੇ ਉੱਥੇ ਬਹਿਬਲ ਕਲਾਂ ਮੋਰਚੇ ਦੇ ਜਿਹੜੇ ਮੁਖੀ ਹੈਗੇ ਆ ਭਾਈ ਸੁਖਰਾਜ ਸਿੰਘ, ਉਹਨਾਂ ਦੇ ਪਿਤਾ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ, ਜਿਹੜੇ ਕਿ ਬਹਿਬਲ ਕਲਾਂ ਗੋਲੀकांड ਦੇ ਵਿੱਚ ਸ਼ਹੀਦ ਹੋ ਗਏ ਸੀਗੇ। ਤਾਂ ਉਹਨਾਂ ਦੇ ਇਨਸਾਫ ਨੂੰ ਲੈ ਕੇ ਵੀ ਜਿਹੜਾ ਇਹ ਤਿੰਨ ਚੀਜ਼ਾਂ ਨੂੰ ਲੈ ਕੇ ਜਿਹੜਾ ਮੇਨ ਮੋਰਚਾ ਜਿਹੜਾ ਲੱਗਿਆ ਸੀ ਜੀ। ਹੁਣ ਜੇ ਮੈਂ ਗੱਲ ਕਰਾਂ ਜਿਹੜੀ ਬੇਅਦਬੀ ਦੇ ਵਿੱਚ ਬੇਸ਼ੱਕ ਬਹੁਤ ਕੁਝ ਹੋ ਵੀ ਗਿਆ, ਪਰ ਹਾਲੇ ਤੱਕ ਕੁਲਵਿੰਦਰ ਜੀ ਇਹ ਵੀ ਤੁਸੀਂ ਦੇਖਣ ਵਾਲੀ ਗੱਲ ਹੈ ਕਿ ਡੇਰਾ ਮੁਖੀ ਤੋਂ ਪੁੱਛਗਿੱਛ ਨਹੀਂ ਜਿਹੜੀ ਕਰ ਸਕੀ ਪੰਜਾਬ ਪੁਲਿਸ। ਡੇਰਾ ਮੁਖੀ ਤੋਂ ਪੁੱਛਗਿੱਛ ਨਹੀਂ ਕਰ ਸਕੀ। ਬੇਸ਼ੱਕ ਉਹਦੇ ਵਿੱਚ ਦੋਸ਼ੀ ਵੀ ਬਣਾ ਲਿਆ ਗਿਆ, ਪਰ ਪੁੱਛਗਿੱਛ ਨਹੀਂ ਕਰ ਸਕੀ। ਪੁੱਛਗਿੱਛ ਨਾ ਕਰਨ ਦੇ ਕਰਕੇ ਡੇਰਾ ਮੁਖੀ ਨੂੰ ਜਿਹੜਾ ਉੱਥੋਂ ਰਿਹਾਈ ਵੀ ਮਿਲ ਸਕਦੀ ਹੈ, ਰਾਹਤ ਵੀ ਕੋਰਟ ਦੇ ਵਿੱਚੋਂ ਜਿਹੜੀ ਆ ਉਹ ਮਿਲ ਸਕਦੀ ਹੈ ਕਿ ਭਾਈ ਪੁੱਛਗਿੱਛ ਕੀਤੇ ਬਿਨਾਂ ਹੀ ਤੁਸੀਂ ਜਿਹੜਾ ਕਿਸ ਤਰੀਕੇ ਦੇ ਨਾਲ ਜਿਹੜਾ ਪਰਚਾ ਦਰਜ ਕਰਾ। ਚਲੋ ਖੈਰ, ਇਹ ਤਾਂ ਕਾਨੂੰਨੀ ਜਿਹੜੇ ਉਹ ਦਾ ਪੇਚ ਹੈਗੇ ਆ, ਇਹਦੇ ਵਿੱਚ ਉਹਦੇ ਵਿੱਚ ਵੀ ਹਲੇ ਕੋਈ ਕਲੀਅਰ ਨਹੀਂ ਹੈਗਾ ਬਹੁਤਾ। ਇਨਸਾਫ ਵਾਲੇ ਪਾਸੇ ਨੂੰ ਗੱਲ ਬੇਅਦਬੀ ਵਾਲੇ ਪਾਸੇ ਵੀ ਚੱਲੀ ਨਹੀਂ ਜੀ। ਤੇ ਇਹ ਜਿਹੜਾ ਚਾਰਜ ਸ਼ੀਟ ਦਾ ਸ਼ੁਕਰਾਨਾ ਧਰਨਾ ਖਤਮ ਹੋਣ ਵਾਲੇ ਪਾਸੇ ਨੂੰ ਗੱਲ ਚੱਲੀ ਹੈ, ਇਹ ਹੈਗੀ ਕੋਟਕਪੂਰਾ, ਜਿੱਥੇ ਕੋਟਕਪੂਰਾ ਫਾਇਰਿੰਗ ਹੋਈ ਹੈ। ਪਹਿਲਾਂ ਹੁੰਦੀ ਹੈ ਉੱਥੇ ਫਾਇਰਿੰਗ, ਕਿਉਂਕਿ 2 ਵਾਰੀ ਫਾਇਰਿੰਗ ਹੋਈ। ਪਹਿਲਾਂ ਕੋਟਕਪੂਰਾ ਹੀ ਹੁੰਦੀ ਹੈ ਜਿੱਥੇ ਕੁਝ ਲੋਕ ਜ਼ਖਮੀ ਹੋ ਜਾਂਦੇ ਆ, ਜਿਹਦੀ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ, ਜਿਹਦੇ ਵਿੱਚ ਬਾਦਲ ਪਰਿਵਾਰ ਸਮੇਤ ਅਫਸਰਾਂ ਦੇ ਨਾਮ ਹੈ। ਔਰ ਜਿਹੜੀ ਚਾਰਜ ਸ਼ੀਟ ਦਾਖਲ ਹੋਣ ਤੋਂ ਬਾਅਦ ਜਿਹੜੇ ਇਹ ਲੋਕ, ਇਹ ਮੋਰਚਾ ਜਿਹੜਾ ਸ਼ੁਕਰਾਨਾ ਕਰਦਾ ਨਹੀਂ ਥੱਕਦਾ, ਭਗਵੰਤ ਮਾਨ ਦੀਆਂ ਜਿਹੜੀਆਂ ਉਹ ਤਾਰੀਫਾਂ ਕਰਦਾ ਨਹੀਂ ਕੁਲਵਿੰਦਰ ਜੀ ਥੱਕਦਾ, ਤਾਂ ਸ਼ੁਕਰਾਨੇ ਸਮਾਗਮ ਕਰਨ ਦੀ ਵੀ ਗੱਲ ਕਹਿ ਦਿੱਤੀ ਹੈ। ਉਸ ਤੋਂ ਬਾਅਦ ਮੱਥਾ ਕਿੱਥੇ ਟੇਕਣਾ ਇਹ ਵੀ ਗੱਲ ਕਹਿ ਦਿੱਤੀ ਹੈ। ਪਰ ਦੂਜੇ ਪਾਸੇ ਤੀਜੀ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਬਹਿਬਲ ਕਲਾਂ ਗੋਲੀकांड ਦੀ, ਬਹਿਬਲ ਕਲਾਂ ਗੋਲੀकांड ਦੇ ਤਾਂ ਹਾਲੇ ਕੁਝ ਹੋਇਆ ਹੀ ਨਹੀਂ। ਜਿੱਥੇ 2 ਸਿੰਘ ਸ਼ਹੀਦ ਹੋਏ ਐ, ਉੱਥੇ ਤਾਂ ਕਿਸੇ ਰਿਪੋਰਟ ਦੇ ਵਿੱਚ ਹਾਲੇ ਤੱਕ ਬਾਦਲ ਦਾ ਜਿਹੜਾ ਉਹ ਨਾਮ ਨਹੀਂ ਆਇਆ, ਕਿਉਂਕਿ 90% ਜਿਹੜੀ ਹੈ ਉੱਥੇ ਚਲਾਨ ਦੇ ਚੁੱਕੇ ਆ ਤੇ 90% ਜਿਹੜੀ ਜਾਂਚ ਪੂਰੀ ਕਰ ਚੁੱਕੇ ਆ ਕੁੰਵਰ ਵਿਜੇ ਪ੍ਰਤਾਪ ਸਿੰਘ। ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਉਮਰਾ ਨੰਗਲ ਦੇ ਸਮੇਤ ਕੁਝ ਅਫਸਰਾਂ ਦੀ ਜਿਹੜੀ ਉਹ ਗ੍ਰਿਫਤਾਰੀ ਜਿਹੜੀ ਉਹ ਕੀਤੀ ਸੀਗੀ। ਚਲਾਨ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਨੇ ਗ੍ਰਿਫਤਾਰੀ ਕਰ ਲਈ ਸੀ। ਇੱਥੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਭਾਵ ਕਿ ਸ਼ੁਕਰਾਨੇ ਕਿਵੇਂ? ਬਹਿਬਲ ਕਲਾਂ ਰਿਪੋਰਟ ਦਾ ਹਾਲੇ ਕੁਝ ਬਣਿਆ ਨਹੀਂ ਜੀ। ਉਹਦੇ ਵਿੱਚ 10% ਜਿਹੜੀ ਜਾਂਚ ਆ ਹਾਲੇ ਕਹਿੰਦੇ ਉਹ ਬਕਾਇਆ ਹੈਗੀ ਹੈ, ਤੇ ਉਹਦੇ ਵਿੱਚ ਹਲੇ ਕੁਝ ਲੋਕਾਂ ਦੇ ਨਾਮ ਜਿਹੜੇ ਕਹਿੰਦੇ ਕਿ ਪਾਉਣੇ ਰਹਿੰਦੇ ਆ, ਉਹ ਤਾਂ ਹਲੇ ਪੂਰੀ ਹੋਈ ਨਹੀਂ। ਉਹਦੇ ਵਿੱਚ ਕਿਵੇਂ ਸ਼ੁਕਰਾਨਾ ਕਰ ਰਹੇ ਆ ਬਹਿਬਲ ਕਲਾਂ ਦੀ ਰਿਪੋਰਟ ਤੇ ਤਾਂ ਹਲੇ ਕੁਝ ਬਹੁਤੀ ਗੱਲਬਾਤ ਜਿਹੜੀ ਹਲੇ ਹੋਈ ਨਹੀਂ। ਔਰ ਟ੍ਰਾਇਲ ਵੀ ਨਹੀਂ ਚੱਲਿਆ ਜਿਹੜੀ ਉਹ ਰਿਪੋਰਟ ਬਚੀ ਹੋਈ ਸੀ। ਤੇ ਔਰ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਕਿ 10% ਜਿਹੜੀ ਸਜ਼ਾ ਜਿਹੜੀ ਮਾਫ ਕਰਨਾ ਜਿਹੜੀ ਜਾਂਚ ਬਕਾਇਆ ਰਹਿੰਦੀ ਆ, ਹਲੇ ਉਹਦੇ ਤੇ ਵੀ ਕੁਝ ਪਤਾ ਨਹੀਂ ਵੀ ਉਹ ਕਿੱਥੇ ਤੱਕ ਜਿਹੜੀ ਉਹ ਪਹੁੰਚ ਗਈ ਹੈ। ਸ਼ੁਕਰਾਨੇ ਪਹਿਲਾਂ ਹੀ ਕਰਤੇ, ਜਿੱਥੇ ਸਿੰਘ ਸ਼ਹੀਦ ਹੋਏ ਆ ਉੱਥੋਂ ਦੀ ਰਿਪੋਰਟ ਹਲੇ ਆਈ ਨਹੀਂ, ਉੱਥੇ ਚਾਰਜ ਸ਼ੀਟ ਜਿਹੜੀ ਆ ਉਹ ਦਾਖਲ ਨਹੀਂ ਹੋਈ। ਸ਼ੁਕਰਾਨੇ ਕਿਹੜੀ ਗੱਲ ਦੀ ਕਰ ਰਹੇ ਆ ਇਹ ਮੋਰਚਾ? ਮੇਰੀ ਗੱਲ ਜਿਹੜੀ ਆ ਉਹ ਸਮਝੋ ਬਾਹਰ ਆ। ਔਰ ਦੂਜੇ ਪਾਸੇ ਇੱਕ ਹੋਰ ਗੱਲ ਹੈ, ਜਦੋਂ ਬਹਿਬਲ ਕਲਾਂ ਗੋਲੀकांड ਦਾ ਮੈਂ ਜਿਵੇਂ ਹੁਣ ਦੱਸ ਕੇ ਹਟਿਆ, ਬਹਿਬਲ ਕਲਾਂ ਗੋਲੀकांड ਦੀ ਜਿਹੜੀ ਚਾਰਜ ਸ਼ੀਟ ਦਾਖਲ ਕਰਦੇ ਆ ਕੁੰਵਰ ਵਿਜੇ ਪ੍ਰਤਾਪ, ਉਹ ਦਾਖਲ ਕਰਨ ਤੋਂ ਪਹਿਲਾਂ ਗ੍ਰਿਫਤਾਰੀਆਂ ਕਰਦੇ ਆ, ਫਿਰ ਜਿਹੜਾ ਉਹ ਚਲਾਨ ਦਾਖਲ ਕਰਦੇ ਆ ਕੋਰਟ ਦੇ ਅੰਦਰ। ਇੱਥੇ ਤਾਂ ਸਿਰਫ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ, ਗ੍ਰਿਫਤਾਰੀ ਕਿਸੇ ਦੀ ਹੋਈ ਨਹੀਂ। ਹੁਣ ਮੋਰਚਾ ਤੇ ਵੀ ਕਹਿ ਰਿਹਾ ਕਿ ਭਾਈ ਇਹ ਜਿਹੜੀ ਗ੍ਰਿਫਤਾਰੀ ਆ ਉਹ ਕੋਰਟ ਦੇ ਰਾਹੀਂ ਹੋਣੀ ਆ, ਕੋਰਟ ਦੇ ਥਰੂ ਹੋਣੀ ਹੈ।
ਪਤਾ ਨਹੀਂ ਕੁਝ ਜਿਹੜੇ ਸਾਡੇ ਮਾਹਰ ਜਿਹੜੇ ਹੈਗੇ ਆ ਜਿਨ੍ਹਾਂ ਨਾਲ ਮੇਰੀ ਗੱਲਬਾਤ ਕੁਝ ਹੋਈ ਹੈ, ਉਹ ਕਹਿੰਦੇ ਕਿ ਪਹਿਲਾਂ ਵੀ ਗ੍ਰਿਫਤਾਰੀ ਹੋ ਸਕਦੀ ਸੀ, ਹੁਣ ਵੀ ਜਿਹੜੀ ਪੁਲਿਸ ਗ੍ਰਿਫਤਾਰ ਕਰ ਸਕੀ ਹੈ, ਜ਼ਰੂਰੀ ਨਹੀਂ ਵੀ ਜਦੋਂ ਕੋਰਟ ਕਹੂ ਉਦੋਂ ਹੀ ਗ੍ਰਿਫਤਾਰ ਹੋਣਾ। ਔਰ ਇੱਕ ਗੱਲ ਹੋਰ ਜਿਹੜੀ ਸਭ ਤੋਂ ਵੱਡੀ ਤੇ ਅਹਿਮ ਗੱਲ ਹੈ ਕਿ ਇਹ ਇਨਸਾਫ ਮੰਨਣਾ ਕਿ ਨਹੀਂ ਮੰਨਣਾ, ਇਹ ਗੱਲ ਤੇ ਆਪਾਂ ਗੱਲ ਕਰਨੀ ਹੈ। ਕਿਉਂਕਿ 14 ਅਕਤੂਬਰ ਨੂੰ ਕੁਲਵਿੰਦਰ ਜੀ ਤੁਹਾਨੂੰ ਚੇਤਾ ਹੋਊਗਾ ਆਪਣੇ ਚੈਨਲ ਤੇ ਵੀ ਸਪੀਚਾਂ ਪਈਆਂ, ਵੱਖ-ਵੱਖ ਚੈਨਲ ਤੇ ਵੀ ਸਪੀਚਾਂ ਜਿਹੜੀਆਂ ਉਹ ਪਈਆਂ ਨੇ ਕੁੰਵਰ ਵਿਜੇ ਪ੍ਰਤਾਪ ਦੀਆਂ। ਉਹਨੇ ਪਹਿਲਾਂ ਇਹ ਗੱਲ ਕਹਿਤੀ ਸੀ, ਦੇਖੋ ਚਾਰਜ ਸ਼ੀਟ ਦਾਖਲ ਹੋਣ ਨੂੰ, ਚਾਰਜ ਸ਼ੀਟ ਦੇ ਵਿੱਚ ਨਾਮ ਆਉਣ ਨੂੰ ਇਨਸਾਫ ਜਿਹੜਾ ਉਹ ਹਲੇ ਨਾ ਮੰਨਿਆ ਜਾਵੇ, ਇਹ ਇਨਸਾਫ ਅਧੂਰਾ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਨਸਾਫ ਜਿਹੜਾ ਪੂਰਨ ਤਰੀਕੇ ਦੇ ਨਾਲ ਲੈ ਲਓ, ਉਸ ਤੋਂ ਬਾਅਦ ਸ਼ੁਕਰਾਨੇ ਦੇ ਸਮਾਗਮ ਜਿੰਨੇ ਮਰਜ਼ੀ ਕਰਾ ਲਿਓ, ਪਰ ਹਲੇ ਲੋਕ ਤੁਹਾਡੇ ਤੇ ਸ਼ੱਕ ਕਰਨਗੇ। ਜੇ ਹੁਣ ਏਡੀ ਛੇਤੀ ਭੱਜ ਗਏ ਵੀ ਅਧੂਰਾ ਛੱਡ ਕੇ ਭੱਜ ਕਿਉਂ ਗਏ, ਕਿਤੇ ਅੰਦਰ ਖਾਤੇ ਕੁਝ ਹੋ ਤੇ ਨਹੀਂ ਗਿਆ, ਇਹੋ ਜਿਹੀਆਂ ਲੋਕੀ ਸ਼ੱਕ ਕਰਨਗੇ। ਕਿਉਂਕਿ ਕੁੰਵਰ ਵਿਜੇ ਪ੍ਰਤਾਪ ਨੇ ਤਾਂ ਪਹਿਲਾਂ ਹੀ ਦੱਸਤਾ ਸੀ ਕਿ ਚਲਾਨ ਹੁਣ ਪੇਸ਼ ਹੋਊਗਾ। ਚਲਾਨ ਦੇ ਵਿੱਚ ਉਹ ਲੋਕਾਂ ਦੇ ਨਾਮ ਪਾਏ ਜਾਣਗੇ ਜਿਹੜੇ ਲੋਕਾਂ ਦੇ ਹੁਣ ਨਾਮ ਆਏ ਆ, ਪਰ ਉਹਨਾਂ ਦੇ ਨਾਲ ਇਹ ਵੀ ਖਦਸ਼ਾ ਜਤਾਤਾ ਸੀ ਕਿ ਚਲਾਨ ਹੋਊਗਾ ਹਲਕਾ। ਇਹੋ ਜਿਹੀਆਂ ਭੂਮਿਕਾਵਾਂ ਜਿਹੜੀਆਂ ਦੱਸੀਆਂ ਜਾਣਗੀਆਂ ਜਿਹੜੀਆਂ ਉੱਥੇ ਕੋਰਟ ਦੇ ਮੰਨਣ ਯੋਗ ਨਹੀਂ ਹੋਣੀਆਂ। ਐਡਾ ਕੁ ਮਾੜਾ ਚਲਾਨ ਜਿਹੜਾ ਕਹਿੰਦੇ ਦੇ ਦਿੱਤਾ ਜਾਊਗਾ, ਕੋਰਟ ਦੇ ਵਿੱਚੋਂ ਕਹਿੰਦੇ ਜਲਦੀ ਰਾਹਤ ਉਹਨਾਂ ਨੂੰ ਮਿਲ ਜੂਗੀ, ਉਹ ਬਰੀ ਹੋ ਜਾਣਗੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਹ ਬਰੀ ਹੋ ਜਾਣਗੇ ਕੁਲਵਿੰਦਰ ਜੀ, ਤੇ ਉਹ ਬਾਹਰ ਆ ਕੇ ਕਹਿਣਗੇ ਦੇਖਿਆ ਜੀ ਅਸੀਂ ਤਾਂ ਜਿਹੜਾ ਹੈਗਾ ਸਾਜ਼ਿਸ਼ ਦਾ ਜਿਹੜਾ ਉਹ ਸ਼ਿਕਾਰ ਹੋਏ ਆ, ਅਸੀਂ ਤਾਂ ਬਰੀ ਹੋ ਗਏ, ਸਾਨੂੰ ਤਾਂ ਜਿਹੜਾ ਕੋਰਟ ਨੇ ਛੱਡ ਦਿੱਤਾ। ਤੇ ਦੂਜੇ ਪਾਸੇ ਕਹਿੰਦੇ ਸੁਖਰਾਜ ਸਿੰਘ ਹੋਰੀ ਜਿਹੜੇ ਆ ਉਹ ਇਹ ਗੱਲ ਕਹਿਣਗੇ ਦੇਖੋ ਜੀ ਅਸੀਂ ਤਾਂ ਜਿਹੜਾ ਸਾਨੂੰ ਇਨਸਾਫ ਮਿਲ ਗਿਆ, ਤੇ ਸਰਕਾਰ ਕਹੂਗੀ ਲਓ ਜੀ ਸੁਖਰਾਜ ਜੀ ਤੁਹਾਨੂੰ ਅਸੀਂ ਇਨਸਾਫ ਦੇਤਾ। ਕੁੰਵਰ ਵਿਜੇ ਪ੍ਰਤਾਪ ਨੇ ਜਿਹੜੀ ਗੱਲ ਕਹੀ ਸੀ ਉਹੀ ਗੱਲ ਹੋ ਰਹੀ। ਉਹਨੇ ਕਿਹਾ ਸੀ ਕਿ ਚਲਾਨ ਦੇਣਗੇ, ਚਲਾਨ ਦੇਤਾ। ਉਹਨੇ ਕਿਹਾ ਕਿ ਸੁਖਰਾਜ ਨੂੰ ਕਿਹਾ ਜਾਊਗਾ ਲੈ ਤੈਨੂੰ ਇਨਸਾਫ ਦੇਤਾ, ਉਹੀ ਗੱਲ ਕਹੀ ਜਾ ਰਹੀ ਆ। ਕਹਿੰਦੇ ਸੁਖਰਾਜ ਖੁਸ਼ ਹੋਊਗਾ, ਸੁਖਰਾਜ ਖੁਸ਼ ਹੋ ਕੇ ਤਾਰੀਫਾਂ ਵੀ ਕਰ ਰਿਹਾ ਸਰਕਾਰ ਦੀਆਂ, ਹਨਾ, ਇਹ ਹੋ ਹੀ ਰਿਹਾ। ਹੁਣ ਚਲਾਨ ਕਿਹੋ ਜਿਹਾ ਦਿੱਤਾ, ਹਾਂ ਹੁਣ ਚਲਾਨ ਜਿਹੜਾ ਕਿਹੋ ਜਿਹਾ ਦਿੱਤਾ ਉਹ ਗੱਲ ਹਲੇ ਦੇਖਣ ਵਾਲੀ ਆ, ਉਹ ਤਰੀਕ ਤੇ ਪਤਾ ਲੱਗੂਗਾ ਕਿ ਚਲਾਨ ਜਦੋਂ ਸਾਹਮਣੇ ਆਊਗਾ ਪਹਿਲਾਂ ਉਹ ਦੇਖਣਾ ਪਊਗਾ ਕਿ ਚਲਾਨ ਦਿੱਤਾ ਕਿਹੋ ਜਿਹਾ, ਕੋਰਟ ਉਹਨੂੰ ਕਿਵੇਂ ਲੈ ਕੇ ਚੱਲਦੀ ਹੈ। ਔਰ ਇੱਥੋਂ ਤਾਂ ਹਲੇ ਲੜਾਈ ਸ਼ੁਰੂ ਹੋਈ ਹੈ। ਸ਼ੁਕਰਾਨੇ ਬਾਅਦ ਚ ਕਰਨੇ ਚਾਹੀਦੇ ਸੀ ਕਿਉਂਕਿ ਹਲੇ ਤਾਂ ਕੋਟਕਪੂਰਾ ਵਾਲੀ ਗੱਲ ਹੋਈ ਹੈ, ਹਲੇ ਬਹਿਬਲ ਕਲਾਂ ਵਾਲੀ ਰਹਿੰਦੀ ਹੈ, ਹਲੇ ਬੇਅਦਬੀ ਵਾਲੀ ਰਹਿੰਦੀ ਹੈ। ਇਹਦਾ ਮਤਲਬ ਇਹ ਨਹੀਂ ਜਦੋਂ ਆਪਾਂ ਮੰਨ ਲਓ ਮੇਰੇ ਤੇ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਮੈਂ ਪਰਚਾ ਦਰਜ ਕਰਾ ਕੇ ਇਨਸਾਫ ਨਹੀਂ ਹੁੰਦਾ ਕੁਲਵਿੰਦਰ ਜੀ। ਪਰਚਾ ਦਰਜ ਕਰਵਾਉਣਾ ਕੋਈ ਇਨਸਾਫ ਥੋੜੀ ਹੈ। ਇਨਸਾਫ ਲਈ ਲੜਾਈ ਤਾਂ ਹਲੇ ਅੱਗੇ ਚੱਲਣੀ ਹੈ, ਲੜਾਈ ਅੱਗੇ ਚੱਲਣੀ ਹੈ। ਤੇ ਉੱਥੇ ਵੀ ਦੇਖਣਾ ਹੈ ਕਿ ਸਰਕਾਰ ਸਰਕਾਰੀ ਤੌਰ ਤੇ ਕਿਵੇਂ ਉੱਥੇ ਜਿਹੜਾ ਹੈਗਾ ਆਪਣਾ ਪੱਖ ਰੱਖਦੀ ਆ, ਕਿਵੇਂ ਇਸ ਕੇਸ ਨੂੰ ਸਰਕਾਰ ਸਹੀ ਤਰੀਕੇ ਨਾਲ ਲੜਦੀ ਆ। ਇਹ ਵੀ ਇੱਕ ਗੱਲ ਜਿਹੜੀ ਉਹ ਦੇਖਣ ਵਾਲੀ ਆ। ਪਹਿਲਾਂ ਕੁੰਵਰ ਵਿਜੇ ਪ੍ਰਤਾਪ ਦੱਸ ਚੁੱਕੇ ਆ ਕਿ ਕਿਵੇਂ ਸਰਕਾਰ ਨੇ ਉੱਥੇ ਢਿੱਲੀਆਂ ਕਾਰਗੁਜ਼ਾਰੀਆਂ ਦਿਖਾ ਕੇ ਰਿਪੋਰਟਾਂ ਜਿਹੜੀਆਂ ਉਹ ਕੈਂਸਲ ਕਰਾਈਆਂ। ਤੇ ਇਹ ਵੀ ਗੱਲ ਕੁੰਵਰ ਵਿਜੇ ਪ੍ਰਤਾਪ ਨੇ ਖਦਸ਼ਾ ਜਤਾਇਆ ਸੀ ਕਿ ਇਹ ਐਸਆਈਟੀ ਜਿਹੜੀ ਹੈ, ਇਹ ਐਸਆਈਟੀ ਜਿਹੜੀ ਇਹ ਕੈਪਟਨ ਅਮਰਿੰਦਰ ਸਿੰਘ ਦੇ ਮੌਕੇ ਬੜੀ ਸੀਗੀ, ਉਹ ਐਸਆਈਟੀ ਜਿਹੜੀ ਕਹਿੰਦੇ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕਰ ਰਹੀ ਸੀ, ਤੇ ਹੁਣ ਵੀ ਕਹਿੰਦੇ ਉਸੇ ਮਨਸ਼ੇ ਦੇ ਨਾਲ ਗੱਲ ਕਰ ਰਹੀ ਹੈ, ਕੰਮ ਕਰ ਰਹੀ ਹੈ। ਆਪਣੇ ਨਾਲ ਕੁਝ ਹੀ ਦਿਨ ਪਹਿਲਾਂ 4-5 ਦਿਨ ਪਹਿਲਾਂ ਹੀ ਇੰਟਰਵਿਊ ਕਰਕੇ ਹਟਿਆ ਉਹਦੇ 'ਚ ਵੀ ਉਹਨਾਂ ਨੇ ਇਹੀ ਖਦਸ਼ਾ ਜਤਾਇਆ ਸੀ, ਕਹਿੰਦੇ ਕਿ ਚਲਾਨ ਪੇਸ਼ ਹੋਣ ਦਿਓ, ਚਲਾਨ ਪੇਸ਼ ਹੋਣ ਦਿਓ, ਤੇ ਚਲਾਨ ਪੇਸ਼ ਹੋਣ ਤੋਂ ਬਾਅਦ ਤੇ ਫਿਰ ਦੇਖਾਂਗੇ ਵੀ ਕਿਹੋ ਜਿਹਾ ਚਲਾਨ ਦਿੱਤਾ। ਕਹਿੰਦੇ ਕਿ ਮੈਨੂੰ ਉਮੀਦ ਆ ਕਿ ਚਲਾਨ ਜਿਹੜਾ ਉਹ ਦਰੁਸਤ ਨਹੀਂ ਹੋਣਾ ਤੇ ਜਲਦ ਤੋਂ ਜਲਦ ਜਿਹੜੀ ਰਾਹਤ ਮਿਲੂਗੀ। ਹੁਣ ਸਮਝੋ ਬਾਹਰ ਕਹਾਣੀ ਆ ਕਿ ਕਿਵੇਂ ਧਰਨਾ ਚੁੱਕਣ ਦੀ ਗੱਲ ਹੋ ਰਹੀ ਹੈ, ਕਿਵੇਂ ਸ਼ੁਕਰਾਨਿਆਂ ਦੀ ਗੱਲ ਹੋ ਰਹੀ ਹੈ, ਕਿਉਂਕਿ ਬਹਿਬਲ ਕਲਾਂ ਵਾਲੇ ਪਾਸੇ ਤਾਂ ਹਲੇ ਜਿਹੜੀ ਗੱਲ ਉਹ ਤੁਰੀ ਨਹੀਂ। ਬਹਿਬਲ ਕਲਾਂ ਦੀ ਤਾਂ ਜਾਂਚ ਜਿਹੜੀ ਹਲੇ ਪੂਰੀ ਹੋਈ ਨਹੀਂ, ਉਹਦੇ ਵਿੱਚ ਤਾਂ ਇਹਨਾਂ ਦੋਸ਼ੀਆਂ ਦਾ ਨਾਮ ਆਇਆ ਹੀ ਨਹੀਂ ਜਿਹੜੇ ਦੋਸ਼ੀ ਇਹਦੇ ਚ ਬਣਾਏ ਗਏ ਆ, ਜਿਹੜੇ ਲੋਕਾਂ ਨੂੰ ਇਹ ਦੋਸ਼ੀ ਮੰਨਦੇ ਆ। ਹਲੇ ਬਹਿਬਲ ਕਲਾਂ ਵਾਲੀ ਰਿਪੋਰਟ ਦੇ ਵਿੱਚ ਤਾਂ ਉਹਨਾਂ ਦਾ ਨਾਮ ਹੀ ਨਹੀਂ ਆਇਆ ਜਿੱਥੇ 2 ਸਿੰਘ ਸ਼ਹੀਦ ਹੋਏ ਆ। ਕੋਟਕਪੂਰਾ ਵਾਲੇ ਪਾਸੇ ਜ਼ਖਮੀ ਹੋਏ ਸੀ, ਸ਼ਹੀਦ ਜਿਹੜੇ ਹੋਏ ਸੀ ਉਹ ਬਹਿਬਲ ਕਲਾਂ ਵਾਲੇ ਪਾਸੇ ਹੋਏ ਸੀ। ਹੁਣ ਸਮਝੋ ਬਾਹਰ ਕਹਾਣੀ ਹੈ ਕਿ ਸੀਐਮ ਮਾਨ ਦਾ ਧੰਨਵਾਦ ਕਰ ਰਿਹਾ ਮੋਰਚਾ, ਮੋਰਚੇ ਦੇ ਪ੍ਰਬੰਧਕ ਕੀ ਸੋਚ ਰਹੇ ਆ। ਬਹੁਤ ਸਾਰੇ ਲੋਕ ਸ਼ੱਕ ਵੀ ਕਰ ਰਹੇ ਆ ਕਿ ਭਾਈ ਹੋ ਕੀ ਰਿਹਾ ਇਹ, ਕਿਵੇਂ ਕੀ ਗੱਲ ਕੀ ਹੋ ਰਹੀ ਆ ਇਹ। ਤੇ ਲੋਕ ਸ਼ੱਕ ਇਹ ਵੀ ਕਰਦੇ ਆ ਕਿ ਮੋਰਚੇ ਦੇ ਪ੍ਰਬੰਧਕਾਂ ਦੇ ਵੱਲੋਂ ਸਿਰਫ ਸੀਐਮ ਮਾਨ ਦਾ ਧੰਨਵਾਦ ਕਰਨਾ ਤੇ ਇਸ ਪੂਰੇ ਮਾਮਲੇ ਤੇ ਆਪਣੀ ਆਈਪੀਐਸ ਦੀ ਆਈਜੀ ਦੀ ਨੌਕਰੀ ਛੱਡਣ ਵਾਲਾ ਕੁੰਵਰ ਵਿਜੇ ਪ੍ਰਤਾਪ ਕਿਵੇਂ ਅਲੋਪ ਹੋ ਗਿਆ ਇਹਨਾਂ ਦੀਆਂ ਜ਼ੁਬਾਨਾਂ ਤੋਂ। ਕਦੇ ਇਹ ਕੁੰਵਰ ਵਿਜੇ ਪ੍ਰਤਾਪ ਨੂੰ ਸਪੈਸ਼ਲ ਮੋਰਚੇ ਤੇ ਸੱਦ ਕੇ ਘੰਟੇ ਦੀਆਂ ਸਪੀਚਾਂ ਕਰਾਉਂਦੇ ਹੁੰਦੇ ਸੀਗੇ, ਕਿਤੇ ਕੁੰਵਰ ਵਿਜੇ ਪ੍ਰਤਾਪ ਦੀਆਂ ਤਾਰੀਫਾਂ ਦੇ ਪੁਲ ਬੰਦੇ ਨਹੀਂ ਸੀ ਥੱਕਦੇ। ਆ ਹੁਣ ਕੱਲ ਤੋਂ ਜਦੋਂ ਦੀਆਂ ਇੰਟਰਵਿਊਆਂ ਹੋਣ ਲੱਗੀਆਂ ਮੋਰਚੇ ਦੇ ਪ੍ਰਬੰਧਕਾਂ ਦੀਆਂ, ਕੁੰਵਰ ਵਿਜੇ ਪ੍ਰਤਾਪ ਦਾ ਕਿਤੇ ਜਿਹੜਾ ਉਹ ਨਾਂ ਹੀ ਨਹੀਂ ਸੁਣਿਆ, ਜਿਹਦਾ ਐਡਾ ਵੱਡਾ ਯੋਗਦਾਨ ਇਸ ਮਾਮਲੇ ਤੇ ਹੈਗਾ। ਲੋਕ ਤਾਂ ਇਹ ਵੀ ਸੋਚਦੇ ਆ ਕਿ ਕਿਤੇ ਸਰਕਾਰ ਨੇ ਸੈਟਿੰਗ ਕਰਕੇ ਜਿਸ ਤਰੀਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਨੂੰ ਹਾਸ਼ੀਏ ਤੇ ਸਰਕਾਰ ਦੇ ਅੰਦਰ ਧੱਕਿਆ ਹੋਇਆ,
ਤੇ ਕਿਤੇ ਸੈਟਿੰਗ ਕਰਕੇ ਇਹ ਨਾ ਕਹਿਤਾ ਹੋਵੇ ਕਿ ਭਾਈ ਤੁਸੀਂ ਕੁੰਵਰ ਦਾ ਨਾਮ ਨਹੀਂ ਲੈਣਾ, ਮਾਨ ਸਾਹਿਬ ਦੀ ਬੱਲੇ ਬੱਲੇ ਤੁਸੀਂ ਕਰਨੀ ਹੈ। ਇਹ ਵੀ ਲੋਕ ਜਿਹੜੇ ਉਹ ਸੋਚ ਰਹੇ ਆ ਕਿ ਇਹ ਕਿਸ ਵਾਲੇ ਪਾਸੇ ਨੂੰ ਜਿਹੜੀ ਗੱਲ ਚੱਲ ਰਹੀ ਹੈ ਕੁਲਵਿੰਦਰ ਜੀ। ਤੇ ਇਹੀ ਮੈਂ ਇਹ ਤੇ ਤੁਸੀਂ ਮੈਨੂੰ ਪੁੱਛਿਆ ਕਿ ਕਿਵੇਂ ਦੇਖਦੇ ਹੋ ਇਸ ਖਬਰ ਨੂੰ ਤਾਂ ਮੈਂ ਇਸ ਤਰੀਕੇ ਦੇ ਨਾਲ ਹੀ ਦੇਖ ਰਿਹਾ, ਔਰ ਲੋਕ ਵੀ ਕਿ ਭਾਈ ਸ਼ੁਕਰਾਨਾ ਕਾਹਦਾ। ਬਹਿਬਲ ਕਲਾਂ ਜਿੱਥੇ ਸਿੰਘ ਸ਼ਹੀਦ ਹੋਏ ਉਹਦਾ ਤਾਂ ਹਲੇ ਕੁਝ ਹੋਇਆ ਹੀ ਨਹੀਂ, ਬਿਲਕੁਲ ਬੇਅਦਬੀ ਦੇ ਵਿੱਚ ਵੀ ਕੁਝ ਨਹੀਂ ਹਲੇ ਬਹੁਤਾ ਹੋਇਆ, ਤੇ ਫਿਰ ਕਿਵੇਂ ਇਨਸਾਫ ਜਿਹੜਾ ਮਿਲ ਗਿਆ? ਕਿ ਚਾਰਜ ਸ਼ੀਟ ਦਾਖਲ ਹੋਣ ਦੇ ਨਾਲ ਇਨਸਾਫ ਮਿਲ ਗਿਆ? ਹੁਣ ਅੱਗੇ ਚਾਰਜ ਸ਼ੀਟ ਬਣੀ ਕਿਹੋ ਜਿਹੀ ਹੈ ਪਹਿਲਾਂ ਤਾਂ ਉਹ ਵੀ ਤਾਂ ਦੇਖ ਲਓ, ਫਿਰ ਉਸ ਤੋਂ ਬਾਅਦ ਦੇਖ ਲਿਓ, ਸ਼ੁਕਰਾਨੇ ਕਰ ਲਿਓ ਭਾਈ। ਬਿਲਕੁਲ ਸੁਖਵਿੰਦਰ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਬਹਿਬਲ ਕਲਾਂ ਦੇ ਵਿੱਚ ਜਿਹੜਾ ਕੋਈ ਗੋਲੀकांड ਜਿਹੜਾ ਹੋਇਆ ਸੀ ਜਿਸ ਦੇ ਵਿੱਚ 2 ਸਿੰਘ ਸ਼ਹੀਦ ਹੋਏ ਸੀ, ਇਹਦੀ ਰਿਪੋਰਟ ਜਿਹੜੀ ਹਜੇ ਉਹ ਪੇਸ਼ ਨਹੀਂ, ਚਾਰਜ ਸ਼ੀਟ ਕੋਈ ਪੇਸ਼ ਨਹੀਂ ਹੋਈ। ਤੇ ਹਾਲਾਂਕਿ ਜਿਹੜਾ ਦੂਜਾ ਚਾਰਜ ਸ਼ੀਟ ਉਹਦੇ ਵਿੱਚ ਪੇਸ਼ ਹੋ ਚੁੱਕੀ ਆ, ਤਕਰੀਬਨ 90% ਟ੍ਰਾਇਲ ਨਹੀਂ ਚੱਲਿਆ ਪੇਸ਼ ਹੋ ਚੁੱਕੀ ਹੈ, ਪਰ ਉਹਦੇ ਵਿੱਚ ਕੁਮਰਾ ਨੰਗਲ ਹੋਣੀ ਦੋਸ਼ੀ ਜਿਹੜੇ ਉਹਦੇ 'ਚ ਹੀ ਬਣਾਏ ਆ, ਉਹਨੇ ਗ੍ਰਿਫਤਾਰ ਕਰ ਲਏ ਸੀ ਉਹਦੇ ਵਿੱਚ, ਤੇ ਇਹਨਾਂ ਨੇ ਤਾਂ ਗ੍ਰਿਫਤਾਰ ਹੀ ਨਹੀਂ ਹਲੇ ਕੀਤੇ। ਮੈਨੂੰ ਸਮਝੋ ਇਹ ਵੀ ਬਾਹਰ ਗੱਲ ਹੈ ਕਿ ਕੋਟਕਪੂਰਾ ਦੇ ਜਿਹੜਾ ਚਲਾਨ ਪੇਸ਼ ਹੋਇਆ ਉਸ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ। ਜਿਹੜੀ ਬਹਿਬਲ ਕਲਾਂ ਵਾਲਾ ਚਲਾਨ ਕੁੰਵਰ ਵਿਜੇ ਪ੍ਰਤਾਪ ਪੇਸ਼ ਕਰਦੇ ਆ ਉਹਦੇ ਵਿੱਚ ਗ੍ਰਿਫਤਾਰੀਆਂ ਹੁੰਦੀਆਂ ਨੇ, ਪਰ ਸਮਝੋ ਬਾਹਰ ਹੈ ਕਿ ਇਹ ਮੋਰਚੇ ਦੇ ਪ੍ਰਬੰਧਕ ਕਿਉਂ ਨਹੀਂ ਸਰਕਾਰ ਨੂੰ ਕਹਿੰਦੇ ਕਿ ਭਾਈ ਕੁੰਵਰ ਵਿਜੇ ਪ੍ਰਤਾਪ ਨੇ ਤਾਂ ਉਦੋਂ ਜਿਹੜੀਆਂ ਗ੍ਰਿਫਤਾਰੀਆਂ ਕਰ ਲਈਆਂ ਸੀ ਇਹ ਜੇ ਚਲਾਨ ਦੇਣ ਤੋਂ ਪਹਿਲਾਂ, ਤੁਸੀਂ ਚਲਾਨ ਦੇਤਾ, ਤੁਸੀਂ ਗ੍ਰਿਫਤਾਰੀਆਂ ਕਿਉਂ ਨਹੀਂ ਕੀਤੀਆਂ? ਮੇਰੀ ਇਹ ਸਮਝੋ ਬਾਹਰ ਆ ਕਹਾਣੀ। ਸ਼ੁਕਰਾਨੇ ਉਦੋਂ ਕਰ ਲੈਂਦੇ, ਠੀਕ ਹੈ, ਸ਼ੁਕਰਾਨਾ ਕਰ ਲਓ, ਚਾਰਜ ਸ਼ੀਟ 'ਚ ਨਾਮ ਆ ਗਿਆ, ਠੀਕ ਹੈ, ਬਹਿਬਲ ਕਲਾਂ ਦਾ ਸਿਸਟਮ ਜਿਹੜਾ ਉਹ ਕੋਈ ਗੱਲ ਨਹੀਂ, ਉਹ ਵੀ ਆਖੋ ਪਰੋਖਿਆ ਆਪਾਂ ਕਰ ਦਿੰਦੇ ਆ। ਸ਼ੁਕਰਾਨੇ ਕਰ ਲਓ, ਉਦੋਂ ਕਰ ਲਓ ਜਦੋਂ ਗ੍ਰਿਫਤਾਰੀਆਂ ਹੋ ਜਾਂਦੀਆਂ। ਗ੍ਰਿਫਤਾਰੀਆਂ ਹੋਈਆਂ ਨਹੀਂ, ਨਾਮ ਲਿਖ ਕੇ ਹਲੇ ਉਹਨਾਂ ਨੇ ਦਿੱਤੇ ਐ, ਤੇ ਹਲੇ ਹੋਣੀ ਆ ਪਤਾ ਨਹੀਂ ਹੋਣੀ ਗ੍ਰਿਫਤਾਰੀ, ਹਲੇ ਉੱਥੇ ਪਤਾ ਨਹੀਂ ਕੋਰਟ ਦੇ ਵਿੱਚ ਕੀ ਹੋਣਾ, ਤੁਸੀਂ ਸ਼ੁਕਰਾਨੇ ਪਹਿਲਾਂ ਹੀ ਕਰ ਦਿਓ। ਬਿਲਕੁਲ, ਜਿਹੜੀ ਗੱਲ ਇਹ ਆ ਕਿ ਵੀ ਜਿਹੜਾ ਕੋਰਟ ਦੇ ਕਿਸੇ ਚਾਰਜ ਸ਼ੀਟ ਦੇ ਵਿੱਚ ਜਾਂ ਕਿਸੇ ਚਲਾਨ ਦੇ ਵਿੱਚ ਨਾਮ ਆਣ ਜਾਣ ਨਾਲ ਬਾਦਲ ਪਹਿਲੀ ਗੱਲ ਉਹਨਾਂ ਦਾ ਵੀ ਕਹਿਣਾ ਇਹੀ ਆ ਕਿ ਉਹ ਦੋਸ਼ੀ ਨਹੀਂ ਕਰਾਰ ਹੋਗੇ, ਕਿਉਂਕਿ ਜਦੋਂ ਤੱਕ ਅਦਾਲਤ ਕੋਈ ਫੈਸਲਾ ਨਹੀਂ ਦਿੰਦੀ ਇਸ ਮਸਲੇ ਦੇ ਉੱਤੇ ਉਦੋਂ ਤੱਕ ਉਹਨਾਂ ਨੂੰ ਦੋਸ਼ੀ ਵੀ ਨਹੀਂ ਸਮਝਿਆ ਜਾ ਸਕਦਾ। ਸਿਰਫ ਨਾਮ ਆਉਣ ਦੇ ਨਾਲ ਤਾਂ ਦੋਸ਼ੀ ਨਹੀਂ ਹੋਗੇ, ਜਿਸ ਤਰ੍ਹਾਂ ਭਗਵੰਤ ਮਾਨ ਟਵੀਟ ਕਰੀ ਜਾ ਰਹੇ ਨੇ ਵੀ ਸਰਕਾਰ, ਕਿਉਂਕਿ ਸਰਕਾਰ ਦੀ ਲੜਾਈ ਜਿਹੜੀ ਇੱਥੇ ਨਹੀਂ ਖਤਮ ਹੋਈ, ਪਰਚਾ ਦੇ ਕੇ ਸਰਕਾਰ ਨੇ ਅੰਦਰ ਧੱਕਤਾ ਤਾਂ ਚਲੋ ਲੜਾਈ ਸਰਕਾਰ ਦੀ ਲੜਾਈ ਤਾਂ ਹੁਣ ਸ਼ੁਰੂ ਹੋਈ ਹੈ। ਸਰਕਾਰ ਦੀ ਲੜਾਈ ਹੁਣ ਕੋਰਟ ਦੇ ਅੰਦਰ ਵੀ ਤਾਂ ਚੱਲਣੀ ਹੈ ਨਾ ਕੁਲਵਿੰਦਰ ਜੀ। ਉੱਥੇ ਸਰਕਾਰੀ ਵਕੀਲ ਜਿਹੜੇ ਆ ਉਹ ਕਿਵੇਂ ਜਾ ਕੇ ਉੱਥੇ ਆਪਣਾ ਪੱਖ ਰੱਖਦੇ ਆ, ਉਹ ਵੀ ਤਾਂ ਦੇਖਣ ਵਾਲੀ ਗੱਲ ਆ ਨਾ, ਵੀ ਕਿਵੇਂ ਸਰਕਾਰ, ਕਿਉਂਕਿ ਹੁਣ ਸਰਕਾਰ ਦੇ ਹੱਥ ਵਸ ਗੱਲ ਚਲੀ ਗਈ ਹੈ, ਸਰਕਾਰ ਉੱਥੇ ਕਿੰਨੀ ਮਜ਼ਬੂਤੀ ਦੇ ਨਾਲ ਕੇਸ ਰੱਖਦੀ ਆ। ਕੁੰਵਰ ਵਿਜੇ ਪ੍ਰਤਾਪ ਚੈਲੰਜ ਕਰ ਚੁੱਕੇ ਆ, ਕਹਿੰਦੇ ਜੇ ਤੁਸੀਂ ਚਾਰਜ ਸ਼ੀਟ ਦੇ ਵਿੱਚ ਨਾਮ ਦਾਖਲ ਕੀਤੇ ਆ, ਜੇ ਤੁਹਾਡੇ ਕੋਲੇ ਸਬੂਤ ਆ ਤਾਂ ਹੀ ਦਾਖਲ ਕੀਤੇ ਆ, ਤੇ ਫਿਰ ਗ੍ਰਿਫਤਾਰੀ ਕਿਉਂ ਨਹੀਂ? ਜੇ ਗ੍ਰਿਫਤਾਰੀ ਤੋਂ ਬਿਨਾਂ ਫਿਰ ਧੰਨਵਾਦ ਕਿਉਂ? ਮੋਰਚੇ ਦੇ ਪ੍ਰਬੰਧਕ ਇਸ ਚੀਜ਼ ਦਾ ਸਵਾਲ ਕਰਦੇ ਕਿਉਂ ਨਹੀਂ? ਤੇ ਕੁੰਵਰ ਵਿਜੇ ਪ੍ਰਤਾਪ ਕਿਉਂ ਪਛੜਿਆ? ਇਹਦੇ ਤੇ ਲੋਕ ਸਵਾਲ ਖੜੇ ਕਰਦੇ ਆ ਮਨਚਾ ਤੇ, ਮੋਰਚੇ ਦੇ ਤੇ ਸਰਕਾਰ ਦੇ। ਬਿਲਕੁਲ, ਕਿਤੇ ਮੋੜੀ ਭੁਗਤਣਾ ਹੋਊਗੀ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਇੱਕ ਤਰ੍ਹਾਂ ਜਿਹੜਾ ਹੈ ਉਹ ਖੁੱਡੇ ਲੈਣ ਲਾਉਣ ਦੀ ਕੋਸ਼ਿਸ਼ ਜਿਹੜੀ ਆ ਹੋ ਸਕਦਾ ਕਿ ਸਰਕਾਰ ਦੇ ਵੱਲੋਂ ਕੀਤੀ ਗਈ ਹੋਵੇ। ਇੱਕ ਪਾਸੇ ਅੱਖੋਂ ਪਰੋਖੇ ਜਿਹੜਾ ਧਰਨੇ ਮੋਰਚੇ ਦੇ ਜਿਹੜੇ ਆਗੂ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਕਿ ਇਸ ਤਰ੍ਹਾਂ ਦਾ ਨਾਮ ਮੈਂ ਨਾ ਕੁਲਵਿੰਦਰ ਜੀ ਰਾਤ ਵੀ ਗੱਲ ਸੁਣਾ ਕੇ ਹਟਿਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਾਇਆ ਸੀ ਨਾ, ਤਾਂ ਨਵਜੋਤ ਸਿੰਘ ਸਿੱਧੂ ਪਹਿਲਾਂ ਉੱਥੇ ਸਹੁੰ ਚੁੱਕ ਸਮਾਗਮ ਤੇ ਜਾਂਦੇ ਆ ਇਮਰਾਨ ਖਾਨ ਦੇ, ਤਾਂ ਉਥੋਂ ਜਨਰਲ ਵਾਜਪੇਈ ਨਾਲ ਜਦੋਂ ਜੱਫੀ ਪਾ ਕੇ ਆਉਂਦੇ ਆ ਤੇ ਇੱਥੇ ਫਿਰ ਆ ਕੇ ਉਹ ਦੱਸਦੇ ਆ ਕਿ ਭਾਈ ਮੈਨੂੰ ਉਹ ਕਹਿੰਦੇ ਲਾਂਘਾ ਖਲਵਾਉਣ ਦੇਣਾ, ਤਾਂ ਸਾਰੇ ਦੇ ਸਾਰੇ ਟੁੱਟ ਕੇ ਉਹਦੇ ਮਗਰ ਪੈ ਗਏ, ਅਕਾਲੀ ਮਗਰ ਪੈ ਗਏ, ਕਾਂਗਰਸੀ ਵੀ ਮਗਰ ਪੈ ਗਏ, ਬੀਜੇਪੀ ਵੀ ਵਾਲੇ ਪੈ ਗਏ, ਸਾਰੇ ਪੈ ਗਏ, ਕਹਿੰਦੇ ਇਹ ਤਾਂ ਗਦਾਰ ਆ, ਇਹ ਤਾਂ ਐਵੇਂ ਛੱਡੀ ਜਾਂਦਾ, ਇਹ ਤਾਂ ਕਮਲੀਆਂ ਮਾਰੀ ਜਾਂਦਾ, ਇਹ ਕਿਵੇਂ ਲਾਂਘੇ ਖਲਵਾ ਦੂਗਾ, ਇਹ ਤਾਂ ਸਰਕਾਰਾਂ ਦਾ ਕੰਮ ਹੁੰਦਾ। ਤੇ ਜਦੋਂ ਫਿਰ ਲਾਂਘਾ ਖੁੱਲ ਗਿਆ ਤੇ ਜਦੋਂ ਇਮਰਾਨ ਖਾਨ ਨੇ ਉਸ ਸਪੀਚ ਦੇ ਵਿੱਚ ਕਹਿਤਾ ਕਿ ਮੈਂ ਸਿੱਧੂ ਦੀ ਦੋਸਤੀ ਕਰਕੇ ਲਾਂਘਾ ਖੋਲਿਆ, ਇੱਕ ਜੱਫੀ ਨੇ ਲਾਂਘਾ ਖਿਲਾਇਆ, ਤੇ ਫਿਰ ਇਹਨਾਂ ਸਾਰਿਆਂ ਦੇ ਮੂੰਹ ਉੱਡ ਕੇ ਦੇਖੋ ਫਿਰ ਬੇਸ਼ਰਮੀ, ਫਿਰ ਕਹਿੰਦੇ ਜੀ ਨਹੀਂ ਸਿੱਧੂ ਨੇ ਥੋੜੀ ਖਿਲਾਇਆ, ਇਹ ਤਾਂ ਸਾਡੀ ਸਰਕਾਰ ਬੜੀ ਚਿਰ ਤੋਂ ਕੰਮ ਕਰ ਰਹੀ ਸੀ। ਅਕਾਲੀ ਕਹਿੰਦੇ, ਭਾਜਪਾ ਹੀ ਕਹਿੰਦੇ ਕਿ ਸਾਡੀ ਸਰਕਾਰ ਬੜੇ ਟਾਈਮ ਤੋਂ ਕੰਮ ਕਰ ਰਹੀ ਸੀ, ਬੜੇ ਚਿਰ ਤੋਂ ਕੁਲਦੀਪ ਸਿੰਘ ਵਡਾਲਾ ਜੀ ਅਰਦਾਸ ਕਰਦੇ ਰਹੇ ਆ, ਫਲਾਨਾ ਜੀ ਅਰਦਾਸ। ਦੇਖੋ ਅਰਦਾਸ ਕੱਲੇ ਕੁਲਦੀਪ ਸਿੰਘ ਵਡਾਲਾ ਨਹੀਂ, ਹਰ ਗੁਰਦੁਆਰੇ ਦੇ ਵਿੱਚ ਜਿਹੜੇ ਹਰ ਰੋਜ਼ ਹੀ ਹੁੰਦੀ ਅਰਦਾਸ ਹੁੰਦੀ ਆ, ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਵਿਛੜੇ ਗੁਰਧਾਮਾਂ ਦੇ ਦਰਸ਼ਨ ਜਿਹੜੇ ਉਹਨਾਂ ਨੇ ਕਿਹਾ, ਦਰਸ਼ਨ ਦਿਦਾਰੇ ਉਹਨਾਂ ਨੇ ਜਿਹੜਾ ਕਿਹਾ, ਉਹ ਹਰ ਰੋਜ਼ ਅਰਦਾਸਾਂ ਹੁੰਦੀਆਂ ਨੇ, ਉਹ ਨਹੀਂ ਕੋਈ ਦਿੱਕਤ, ਅਰਦਾਸਾਂ ਤਾਂ ਹੁੰਦੀਆਂ ਹੀ ਹੁੰਦੀਆਂ ਨੇ, ਪਰ ਉਹ ਬੰਦੇ ਦਾ ਯੋਗਦਾਨ ਸੀ। ਇਹਨਾਂ ਨੇ ਉੱਥੇ ਉਹਨੂੰ ਸਿਹਰਾ ਖੋਹਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਮੰਨਦੇ ਨਹੀਂ ਸੀਗੇ ਕਿ ਨਵਜੋਤ ਸਿੰਘ ਸਿੱਧੂ ਦੇ ਕਹਿਣ ਤੇ ਕਿਵੇਂ ਖੁੱਲ ਜੂ, ਝੂਠ ਮਾਰਦੇ ਆ। ਜਦੋਂ ਉਧਰੋਂ ਦੇ ਪ੍ਰਧਾਨ ਮੰਤਰੀ ਨੇ ਕਹਿਤਾ ਕਿ ਨਵਜੋਤ ਸਿੰਘ ਸਿੱਧੂ ਦੀ ਜੱਫੀ ਨੇ ਲਾਂਘਾ ਖਿਲਾ ਦਿੱਤਾ, ਫਿਰ ਸਿਹਰਾ ਖੋਹਣ ਲੱਗੇ ਜੀ ਨਹੀਂ ਇਹ ਤਾਂ ਸਾਡੀਆਂ ਕੋਸ਼ਿਸ਼ਾਂ ਸੀ। ਸਿਹਰਾ ਪੂਰੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸਿਆਸੀ ਤੌਰ ਤੇ, ਸਾਰੀਆਂ ਜਮਾਤਾਂ ਦੇ ਵੱਲੋਂ, ਅਕਾਲੀ ਦਲ ਵੱਲੋਂ, ਜਿਹੜੇ ਭਾਜਪਾ ਹੀ ਸੀਗੇ, ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਦੇ ਆਪਦੇ ਕਾਂਗਰਸੀ ਵੀ, ਭਾਜਪਾਈਆਂ ਦੇ ਵੱਲੋਂ ਤਾਂ ਮੈਨੂੰ ਹੁਣ ਵੀ ਯਾਦ ਆ ਸੁਖਵਿੰਦਰ ਜੀ, ਮੋਦੀ ਉਹਨਾਂ ਨੂੰ ਵੀ ਸਿਹਰਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੇ ਖੋਲਿਆ। ਬਿਲਕੁਲ ਪਰ
ਦੇਖੋ ਸਿਆਸੀ ਤੌਰ ਤੇ ਪੂਰੀ ਕੋਸ਼ਿਸ਼ ਹੋਈ ਔਰ ਕੀਤੀ ਵੀ ਉਹਨਾਂ ਨੇ, ਪਰ ਹੁਣ ਜਦੋਂ ਲੋਕ ਮੱਥਾ ਟੇਕਣ ਜਾਂਦੇ ਆ ਨਾ ਤਾਂ ਉੱਥੇ ਮੱਥਾ ਟੇਕ ਕੇ ਇਹ ਗੱਲ ਕਹਿੰਦੇ ਲਓ ਜੀ ਇਹ ਤਾਂ ਲਾਂਘਾ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੀ ਦੋਸਤੀ ਨੇ ਖਲਵਾਇਆ, ਇਹ ਲਾਂਘਾ ਨਵਜੋਤ ਸਿੰਘ ਸਿੱਧੂ ਨੇ ਖਲਾਇਆ। ਉੱਥੇ ਉਹਨੇ ਕਦੇ ਸਿਹਰਾ ਲੈਣ ਦੀ ਕੋਸ਼ਿਸ਼ ਨਹੀਂ ਸੀ ਕੀਤੀ, ਸਿਹਰਾ ਖੋਹਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਤੋਂ ਉਹਨੂੰ ਪਿੱਛੇ ਸਿੱਟਣ ਦੀ ਕੋਸ਼ਿਸ਼ ਕੀਤੀ ਗਈ। ਪਰ ਲੋਕ ਜਿਹੜੇ ਆ ਉਹ ਸਭ ਜਾਣਦੇ ਆ, ਜਿਵੇਂ ਕਹਿੰਦੇ ਕਿ ਪਬਲਿਕ ਸਭ ਜਾਣਦੀ ਹੈ, ਉਹ ਪ੍ਰਮਾਤਮਾ ਨੇ ਜਿਹਨੂੰ ਸਿਹਰਾ ਦੇਣਾ ਹੈ, ਠੀਕ ਆ ਨਾ, ਉਹਨੂੰ ਦੇਣਾ ਹੈ। ਤੇ ਲੋਕ ਹੁਣ ਮੱਥਾ ਟੇਕਣ ਜਾਂਦੇ ਆ ਤਾਂ ਨਵਜੋਤ ਸਿੰਘ ਸਿੱਧੂ ਨੂੰ ਯਾਦ ਕਰਦੇ ਆ, ਕੋਈ ਮੋਦੀ ਨੂੰ, ਕੋਈ ਬਾਦਲ ਨੂੰ, ਕੋਈ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਨਹੀਂ ਕਰਦਾ। ਉੱਥੇ ਦੋ ਹੀ ਨਾਮ ਚੇਤੇ ਆਉਂਦੇ ਆ, ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ। ਲੋਕਾਂ ਨੇ ਜਿਹਨੂੰ ਸਿਹਰਾ ਦੇਣਾ, ਮੈਂ ਉਹੀ ਗੱਲ ਕਰਦਾ, ਮੈਂ ਉੱਥੇ ਸਿਹਰਾ ਜਾਂਦਾ ਨਵਜੋਤ ਸਿੰਘ ਸਿੱਧੂ ਅਤੇ ਲੋਕ ਦਿੰਦੇ ਆ। ਤੇ ਇੱਥੇ ਵੀ ਮੇਰੀ ਗੱਲ ਦੇਖ ਲਓ, ਅੱਜ ਮੈਂ ਟੀਵੀ ਤੇ ਆਪਣੇ ਤੇ ਬੋਲ ਰਿਹਾ, ਇੱਥੇ ਵੀ ਬੇਸ਼ੱਕ ਅੱਜ ਕਿਤੇ ਕੁੰਵਰ ਵਿਜੇ ਪ੍ਰਤਾਪ ਦਾ ਜਿਹੜਾ ਉਹ ਨਾਮ ਦੇਖਣ ਨੂੰ ਨਹੀਂ ਮਿਲ ਰਿਹਾ, ਕਿ ਉਹੀ ਗੱਲ ਹੋ ਰਹੀ ਹੈ, ਲੱਗ ਆਉਂ ਰਿਹਾ ਲੋਕਾਂ ਨੂੰ ਵੀ ਸ਼ੱਕ ਆ। ਮੇਰੇ ਨਾਲ ਵੀ ਕਈ ਲੋਕਾਂ ਦੀ ਫੋਨ ਤੇ ਗੱਲ ਹੋਈ, ਲੱਗ ਆਉਂ ਰਿਹਾ ਵੀ ਇਹ ਤੋਂ ਮੁੱਦਾ ਖੋਹ ਲਿਆ ਗਿਆ, ਇਹ ਤੋਂ ਸਿਹਰਾ ਖੋਹਣ ਦੀ ਕੋਸ਼ਿਸ਼ ਹੈ। ਇਹ ਤਾਂ ਯਾਰ ਕੁਰਬਾਨੀ ਏਡੀ ਵੱਡੀ ਸੀ, ਕੁੰਵਰ ਦਾ ਤਾਂ ਕਿਤੇ ਨਾ ਹੀ ਨਹੀਂ ਸੁਣ ਰਹੇ। ਮੈਂ ਤਾਂ ਲਿਖਾ ਲਓ ਕਿ ਇਹ ਜਦੋਂ ਕੇਸ ਜਾਣਿਆ ਜਾਊਗਾ ਹਿਸਟਰੀ ਦੇ ਵਿੱਚ, ਸਭ ਤੋਂ ਵੱਡੀ ਕੁਰਬਾਨੀ, ਸਭ ਤੋਂ ਵੱਡਾ ਨਾਮ ਇਸ ਕੇਸ ਦੇ ਵਿੱਚ ਇਨਸਾਫ ਦਿਵਾਉਣ ਦੇ ਲਈ ਕੁੰਵਰ ਵਿਜੇ ਪ੍ਰਤਾਪ ਦਾ ਜਾਣਿਆ ਜਾਇਆ ਕਰੂਗਾ। ਇਹ ਜਿਵੇਂ ਨਵਜੋਤ ਸਿੰਘ ਸਿੱਧੂ ਨੂੰ ਲੋਕਾਂ ਨੇ ਸਿਹਰਾ ਦਿੱਤਾ, ਉਵੇਂ ਸਿਹਰਾ ਕੁੰਵਰ ਵਿਜੇ ਪ੍ਰਤਾਪ ਨੂੰ ਦੇਣਾ। ਮੋਰਚਾ ਦੇਵੇ ਨਾ ਦੇਵੇ, ਉਹਨਾਂ ਦੀ ਆਪਣੀ ਸਰਕਾਰ ਦੇਵੇ ਨਾ ਦੇਵੇ, ਇਸੇ ਮੁੱਦੇ ਤੇ ਸਰਕਾਰ ਬਣਾਈ, ਕੁੰਵਰ ਵਿਜੇ ਪ੍ਰਤਾਪ ਦੇ ਮੂਹਰੇ ਤੇ ਰੱਖ ਕੇ ਸਰਕਾਰ ਬਣਾਈ। ਬਿਲਕੁਲ, ਮੈਨੂੰ ਹੁਣ ਵੀ ਯਾਦ ਆ ਸੁਖਵਿੰਦਰ ਜੀ, ਪਿੰਡਾਂ ਦੇ ਵਿੱਚ ਉਹਨਾਂ ਨੇ ਮੇਰੀ ਐਡਵਰਟਾਈਜ਼ਮੈਂਟ ਕੀਤੀ, ਉਹਨਾਂ ਨੂੰ ਜਦੋਂ ਉਦੋਂ ਸ਼ਾਮਲ ਕਰਵਾਇਆ ਗਿਆ, ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਇਸ ਮੁੱਦੇ ਦੇ ਉੱਤੇ, ਤਾਂ ਪਿੰਡਾਂ ਦੇ ਵਿੱਚ ਉਦੋਂ ਇਸ਼ਤਿਹਾਰ ਲੱਗੇ, ਐਡਵਰਟਾਈਜ਼ਮੈਂਟ ਲੱਗੀ ਕਿ ਭਾਈ ਐਡਾ ਵੱਡਾ ਇਮਾਨਦਾਰ ਅਫਸਰ ਜਿਹੜਾ ਸਾਡੇ ਨਾਲ ਸ਼ਾਮਲ ਹੋ ਗਿਆ। ਤੇ ਉਸੇ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਤੇ ਜਿਹੜੀ ਅਸੀਂ ਕਹਿੰਦੇ ਉਹ ਇਨਸਾਫ ਜਿਹੜਾ ਦਿਵਾਉਣਾ, ਇਹ ਵੀ ਗੱਲਾਂ ਕਹਿੰਦੇ ਰਹੇ ਆ। ਨਾ ਤਾਂ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਉਸ ਰਿਪੋਰਟ ਨੂੰ ਸਰਕਾਰ ਜਿਹੜੀ ਖਾਰਜ ਹੋਈ ਹੈ, ਕੁੰਵਰ ਵਿਜੇ ਪ੍ਰਤਾਪ ਨਿੱਜੀ ਤੌਰ ਤੇ ਡਬਲ ਬੈਂਚ ਦੇ ਕੋਲੇ ਲੜ ਰਹੇ ਆ ਕਿ ਭਾਈ ਇਸ ਰਿਪੋਰਟ ਨੂੰ ਦੁਬਾਰਾ ਬਚਾ ਲਿਆ ਜਾਵੇ। ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਨਿੱਜੀ ਤੌਰ ਤੇ ਨਹੀਂ, ਇਹਨੂੰ ਅਸੀਂ ਸਰਕਾਰੀ ਤੌਰ ਤੇ ਤੁਹਾਡੀ ਇਸ ਰਿਪੋਰਟ ਨੂੰ ਜੁਆਇਨ ਕਰਾਂਗੇ। ਸਾਲ ਹੋ ਗਿਆ, ਕੁੰਵਰ ਵਿਜੇ ਪ੍ਰਤਾਪ ਬਾਰ-ਬਾਰ ਇਹ ਗੱਲ ਕਹਿ ਰਹੇ ਆ, ਕੁੰਵਰ ਵਿਜੇ ਪ੍ਰਤਾਪ ਬਾਰ-ਬਾਰ ਸਰਕਾਰ ਨੂੰ ਚਿੱਠੀਆਂ ਲਿਖ ਰਹੇ ਆ ਕਿ ਮੇਰੀ ਉਸ ਪਟੀਸ਼ਨ ਨੂੰ ਸਰਕਾਰੀ ਤੌਰ ਤੇ ਜੁਆਇਨ ਕਰ ਲਓ ਤੇ ਆਪਾਂ ਉਹਨੂੰ ਬਚਾਈਏ। ਹਾਲੇ ਤੱਕ ਸਾਲ ਦੇ ਵਿੱਚ ਉਹਨਾਂ ਦੀ ਪਟੀਸ਼ਨ ਨੂੰ ਜੁਆਇਨ ਨਹੀਂ ਕੀਤਾ ਗਿਆ। ਕੁੰਵਰ ਵਿਜੇ ਪ੍ਰਤਾਪ ਦੇ ਨਾਲ ਕਿਸੇ ਦੇ ਵੱਲੋਂ ਕਦੇ ਵੀ ਇਸ ਮੁੱਦੇ ਤੇ ਗੱਲ ਨਹੀਂ ਕੀਤੀ ਗਈ। ਇਹ ਪਬਲਿਕਲੀ ਕੁੰਵਰ ਵਿਜੇ ਪ੍ਰਤਾਪ ਉੱਥੇ ਬੋਲ ਕੇ ਆਏ ਆ, ਉੱਥੇ 14 ਅਕਤੂਬਰ ਨੂੰ ਆਪਾਂ ਸਪੀਚ ਦੇ ਵਿੱਚ ਸੁਣਿਆ। ਤਾਂ ਫਿਰ ਸਮਝੋ ਬਾਹਰ ਗੱਲ ਹੈ। ਮੋਰਚੇ ਤੇ ਦੇਖੋ ਸਵਾਲ ਇਸ ਕਰਕੇ ਲੋਕ ਮੈਨੂੰ ਵੀ ਫੋਨ ਕਰਕੇ ਗੱਲ ਕਰ ਰਹੇ ਆ ਕਿ ਭਾਈ ਬਹਿਬਲ ਕਲਾਂ ਦਾ ਤਾਂ ਕੁਝ ਹੋਇਆ ਨਹੀਂ। ਲੋਕੀ ਪੁੱਛਦੇ ਆ ਕਿ ਬਹਿਬਲ ਕਲਾਂ ਦਾ ਹਲੇ ਹੋਇਆ ਨਹੀਂ ਕੁਝ, ਤੇ ਗ੍ਰਿਫਤਾਰੀ ਹਲੇ ਕਿਸੇ ਦੀ ਨਹੀਂ ਹੋਈ, ਫਿਰ ਧੰਨਵਾਦ ਤੇ ਸ਼ੁਕਰਾਨੇ ਕਾਹਦੇ? ਸਮਝੋ ਬਾਹਰ ਹੈ ਗੱਲ। ਤੇ ਕੁੰਵਰ ਵਿਜੇ ਪ੍ਰਤਾਪ ਨੂੰ ਪਿੱਛੇ ਕਿਉਂ ਸੁੱਟਿਆ ਗਿਆ, ਇਹ ਵੀ ਲੋਕਾਂ ਦੇ ਮਨ ਦੇ ਵਿੱਚ ਅੱਗੇ ਸਵਾਲ ਆ। ਦੇਖੋ ਜਿਹੜੇ ਬੰਦੇ ਨੇ ਐਡੀ ਨੌਕਰੀ ਛੱਡਤੀ, ਜਿਹੜੇ ਬੰਦੇ ਨੇ ਆਪਣੀ ਸਰਕਾਰ ਦੇ ਵਿੱਚ ਵੀ ਰਹਿ ਕੇ ਇਹਨਾਂ ਲੋਕਾਂ ਦੀ ਗੱਲ ਮੂਹਰੇ ਰੱਖ ਕੇ ਕੀਤੀ, ਇਸ ਇਨਸਾਫ ਦੀ ਗੱਲ ਮੂਹਰੇ ਰੱਖ ਕੇ ਕੀਤੀ, ਜਿਹਦੇ ਕਰਕੇ ਅੱਜ ਸ਼ਾਇਦ ਉਹ ਆਪਣੀ ਸਰਕਾਰ ਦੇ ਵਿੱਚ ਪਿੱਛੇ ਸੁੱਟਿਆ ਜਾ ਚੁੱਕਿਆ, ਤੇ ਉਹ ਬੰਦੇ ਦਾ ਨਾਮ ਨਾ ਆਉਣਾ ਤੇ ਸਿਰਫ ਧੰਨਵਾਦ ਸੀਐਮ। ਮੈਨੂੰ ਲੱਗਦਾ ਕਿ ਲੋਕ ਜਿਹੜੇ ਕੁਝ ਇਹ ਵੀ ਸੋਚਦੇ ਆ, ਉਹ ਕਹਿੰਦੇ ਕਿ ਜੇ ਸਰਕਾਰ ਦੇ ਉੱਪਰ ਪ੍ਰੈਸ਼ਰ ਕ੍ਰੀਏਟ ਹੋਇਆ ਤਾਂ ਉਹ ਸਿਰਫ ਮੋਰਚੇ ਦੇ ਕਰਕੇ ਨਹੀਂ ਹੋਇਆ, ਉਹ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਚੁੱਕੀ ਗਈ ਸੱਚ ਦੀ ਆਵਾਜ਼ ਨੂੰ ਲੈ ਕੇ ਵੱਧ ਹੋਇਆ। ਕੁੰਵਰ ਵਿਜੇ ਪ੍ਰਤਾਪ ਤੋਂ ਵੱਧ ਡਰਦੀ ਸੀ ਸਰਕਾਰ ਇਸ ਮਸਲੇ ਨੂੰ ਲੈ ਕੇ, ਤੇ ਫਿਰ ਵੀ ਪਤਾ ਨਹੀਂ ਸਮਝੋ ਬਾਹਰ। ਬਾਕੀ ਲੋਕ ਸਿਆਣੇ ਆ। ਬਿਲਕੁਲ, ਜਿਹੜਾ ਆਪਣੀ ਸਰਕਾਰ ਨੂੰ ਉਹ ਵਿਧਾਨ ਸਭਾ ਦੇ ਵਿੱਚ ਵੀ ਘੇਰਦੇ ਰਹੇ, ਟਵਿੱਟਰ ਦੇ ਉੱਤੇ ਵੀ ਘੇਰਦੇ ਰਹੇ, ਇੰਟਰਵਿਊਆਂ ਦੇ ਵਿੱਚ ਸਰਕਾਰ ਦੇ ਵਿੱਚ ਹੋਣ ਦੇ ਬਾਵਜੂਦ ਘੇਰਦੇ ਰਹੇ। ਹਾਲਾਂਕਿ ਜੇ ਕੁੰਵਰ ਵਿਜੇ ਪ੍ਰਤਾਪ ਹੁਣੀ ਡਿਸਪਲਿਨ ਦੇ ਵਿੱਚ ਰਹਿ ਕੇ ਗੱਲ ਕਰਦੇ ਰਹੇ ਆ, ਸਰਕਾਰ ਮਜ਼ਬੂਤ, ਉਹ ਕਹਿੰਦੇ ਰਹੇ ਆ ਕਿ ਆਪਾਂ ਇਸ ਮੁੱਦੇ ਤੇ ਜਲਦ ਤੋਂ ਜਲਦ ਇਨਸਾਫ ਦਈਏ। ਤੇ ਆਪਾਂ ਜਿਹੜਾ ਮੈਨੂੰ ਲੱਗਦਾ ਸੁਖਵਿੰਦਰ ਜੀ, ਜੇ ਸ਼ਾਇਦ ਇਹ ਗੱਲਬਾਤ ਜਿਹੜੀ ਉਹ ਨਾ ਕਰਦੇ ਹੁੰਦੇ ਤਾਂ ਅੱਜ ਸ਼ਾਇਦ ਹੋ ਸਕਦਾ ਕਿ ਗ੍ਰਹਿ ਵਿਭਾਗ ਜਿਹੜਾ ਉਹ ਕੁੰਵਰ ਵਿਜੇ ਪ੍ਰਤਾਪ ਹੋਣਾ ਦੇ ਕੋਲ ਹੋਣਾ ਸੀ, ਕਿਉਂਕਿ ਜਿਹੜਾ ਇਸ ਤੋਂ ਕਾਬਲ ਮੇਰੇ ਖਿਆਲ ਦੇ ਵਿੱਚ ਕੋਈ ਐਮਐਲਏ ਖਾਸ ਕਰਕੇ ਗ੍ਰਹਿ ਵਿਭਾਗ ਦੇ ਲਈ ਉਹਨਾਂ ਦੇ ਕੋਲੇ 92 ਐਮਐਲਏ ਦੇ ਵਿੱਚ ਨਹੀਂ ਸੀਗਾ। ਬਿਲਕੁਲ, ਚਲੋ ਇਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਪਰ ਮੈਨੂੰ ਲੱਗਦਾ ਕਿ ਚਲੋ ਇਹ ਗ੍ਰਹਿ ਮੰਤਰਾਲੇ ਹੋਣਾ ਨਾ ਹੋਣਾ ਉਹ ਚੀਜ਼ ਅਲੱਗ ਸੀ, ਪਰ ਉਹ ਫਿਰ ਵੀ ਬਿਲਕੁਲ ਤੁਹਾਡੀ ਗੱਲ ਇਹ ਠੀਕ ਹੈ, ਪਰ ਉਹ ਫਿਰ ਵੀ ਦੇਖ ਲਓ ਕਿਸੇ ਚੀਜ਼ ਦੀ ਪਰਵਾਹ ਕੀਤੇ ਬਿਨਾ ਉਹ ਇਸ ਮੁੱਦੇ ਨੂੰ ਲਗਾਤਾਰ ਚੁੱਕਦੇ ਰਹੇ ਆਪਣੀ ਸਰਕਾਰ ਦੇ ਵਿੱਚ। ਇਹ ਨਹੀਂ ਵੀ ਉਹਨਾਂ ਨੇ ਐਮਐਲਏ ਬਣ ਕੇ ਚੁੱਪ ਕਰਕੇ, ਜਿਵੇਂ ਆਮ ਲੀਡਰ ਜਿਹੜੇ ਹੁੰਦੇ ਆ ਨਾ, ਉਹ ਆਮ ਤੌਰ ਤੇ ਜਦੋਂ ਜਿੱਤ ਜਾਂਦੇ ਆ ਸਿਆਸੀ ਤੌਰ ਤੇ ਤਾਂ ਫਿਰ ਉਹ ਚੁੱਪ ਕਰ ਜਾਂਦੇ ਆ ਵੀ ਭਾਈ ਆਪਾਂ ਕੁਛ ਨਾ ਕੁਛ ਲੈ ਕੇ ਡਿੱਗਣਾ, ਪਰ ਨਹੀਂ, ਉਹਨੇ ਲਗਾਤਾਰ ਆਵਾਜ਼ ਚੁੱਕੀ ਹੈ, ਸਰਕਾਰ ਤੇ ਪ੍ਰੈਸ਼ਰ ਬਣਾ ਕੇ ਰੱਖਿਆ, ਸਰਕਾਰ ਨੂੰ ਵੀ ਮਜ਼ਬੂਤ ਕਰਨ ਦੀ ਗੱਲ ਕੀਤੀ। ਉਹ ਲਗਾਤਾਰ ਕਹਿੰਦਾ ਰਿਹਾ ਕਿ ਜੇਕਰ ਇਸ ਮੁੱਦੇ ਦੇ ਉੱਪਰ ਆਪਾਂ ਦਿੰਨੇ ਆ ਇਨਸਾਫ ਜਲਦ ਤੋਂ ਜਲਦ ਤਾਂ ਆਪਣੀ ਸਰਕਾਰ ਨੂੰ ਵੀ ਮਜ਼ਬੂਤੀ ਜਿਹੜੀ ਆ ਪ੍ਰਦਾਨ ਹੋਊਗੀ। ਪਰ ਮੋਰਚੇ ਦੇ ਪ੍ਰਬੰਧਕਾਂ ਦਾ ਉਹਦਾ ਨਾਮ ਨਾ ਕਿਤੇ ਲੈਣਾ, ਤੇ ਉੱਥੇ ਹੀ
ਜਿਹੜੇ ਆ ਉਹ ਸਰਕਾਰੀ ਤੌਰ ਤੇ ਵੀ ਕਿਸੇ ਦੇ ਵੱਲੋਂ ਉਹਨਾਂ ਨਾਲ ਗੱਲ ਨਾ ਕੀਤੀ ਜਾਣਾ, ਇਹ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ। ਚਲੋ ਇਹ ਤਾਂ ਗੱਲ ਹੈਗੀ ਹੈ, ਗ੍ਰਿਫਤਾਰੀ ਕਿਸੇ ਦੀ ਨਹੀਂ ਹੋਈ। ਮੈਂ ਫਿਰ ਉਹੀ ਗੱਲ ਕਹਿ ਰਿਹਾ, ਬਹਿਬਲ ਕਲਾਂ ਦੇ ਵਿੱਚ ਬਣਿਆ ਕੱਖ ਨਹੀਂ। ਇਹ ਪਤਾ ਨਹੀਂ, ਲੋਕ ਤਾਂ ਸੈਟਿੰਗਾਂ ਦੀਆਂ ਗੱਲਾਂ ਕਰਦੇ ਆ, ਇਹ ਸੱਚੀਆਂ ਹੈਗੀਆਂ ਕਿ ਨਹੀਂ ਹੈਗੀਆਂ, ਇਹ ਹੁਣ ਆਪਣੇ ਦਰਸ਼ਕ ਜਿਹੜੇ ਫੈਸਲਾ ਕਰਨਗੇ। ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ, ਜਿਸ ਤਰ੍ਹਾਂ ਤੁਸੀਂ ਹਰ ਪਹਿਲੂ ਦੇ ਜਿਹੜੀ ਨਜ਼ਰ ਜਿਹੜੀ ਹੈ ਜ਼ਰੂਰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਤਾਂ ਇਹ ਸੀ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਪੰਚਾਇਤ ਖਬਰ ਦੇ ਹਰ ਪਹਿਲੂ ਦੇ ਉੱਤੇ, ਬਰਗਾੜੀ ਮੋਰਚੇ ਦੇ ਨਾਲ ਜੁੜੇ ਹਰ ਪਹਿਲੂ ਦੇ ਉੱਤੇ ਜਿਹੜੀ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਕਿਸ ਤਰ੍ਹਾਂ ਜਿਹੜਾ ਉਹ ਬਹਿਬਲ ਕਲਾਂ ਦੇ ਵਿੱਚ ਬਹਿਬਲ ਕਲਾਂ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ ਉਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਆਇਆ, ਤੇ ਚਾਰਜ ਸ਼ੀਟ ਜਿਹੜੀ ਹੈ ਕੇਵਲ ਚਾਰਜ ਸ਼ੀਟ ਨੂੰ ਹੀ ਪੇਸ਼ ਹੋਣ ਨੂੰ ਜਿਹੜਾ ਇਨਸਾਫ ਮੰਨ ਲੈਣਾ, ਉਹਦੇ ਉੱਤੇ ਜਿਹੜੇ ਸਵਾਲ ਨੇ ਉਹ ਜ਼ਰੂਰ ਉੱਠ ਖੜੇ ਹੋਣਗੇ। ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ? ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ। ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਦੇ ਨਾਲ।